ਜ਼ਰੂਰ ਹੋ ਰਿਹਾ ਹੈ ਤਾਂ ਕਿ ਕਿਸੇ ਬੰਦੇ ਨੂੰ ਟੈਕਸ ਦਫ਼ਤਰ ਨਾ ਜਾਣਾ ਪਵੇ। ਮੋਬਾਈਲ ਵਿੰਗ ਜਿਹੜੇ ਹੈ ਸਟੇਟ ਦੇ ਉਹਨਾਂ ਦੀ ਜਿਹੜੀ ਹਰੈਸਮੈਂਟ ਹੈ ਉਹ ਖਤਮ ਹੋਵੇ ਔਰ ਜਿਹੜਾ ਟੈਕਸ ਕਲੈਕਸ਼ਨ ਹੈ ਉਹ ਡੇਟਾ ਐਨਾਲਿਟਿਕਸ ਨਾਲ ਉਹ ਡੇਟਾ ਇੰਟੈਲੀਜੈਂਸ ਦੇ ਨਾਲ ਇਕੱਠਾ ਹੋਵੇ। ਉਹ ਤਿੰਨ ਚਾਰ ਕਿਸਮ ਦੇ ਹੈ। ਇੱਕ ਤਾਂ ਖਦਸ਼ੇ ਹੈ ਜਿਹੜਾ ਕਿ ਅੱਜ ਤੋਂ 4-4.5 ਸਾਲ ਪਹਿਲਾਂ ਜਿਹੜਾ ਵੈਟ ਦਾ ਨਿਜ਼ਾਮ ਸੀ, ਵੈਟ ਦਾ ਨਿਜ਼ਾਮ ਖਤਮ ਹੋ ਗਿਆ, ਫਿਰ GST ਦਾ ਨਿਜ਼ਾਮ ਸ਼ੁਰੂ ਹੋ ਗਿਆ, ਪਰ ਤਕਰੀਬਨ 50,000 ਬੰਦੇ ਦੀ ਵੈਟ ਅਸੈਸਮੈਂਟ ਜਿਹੜੀਆਂ ਹੈ ਉਹ ਅਜੇ ਵੀ ਪੰਜਾਬ ਸਰਕਾਰ ਦੀ ਟੈਕਸ ਪ੍ਰਣਾਲੀ ਦੇ ਵਿੱਚ ਫਸੀਆਂ ਹੋਈਆਂ। ਵਧਾ ਲਓ ਤੇ ਜਾਂ ਖਰਚੇ ਘਟਾ ਲਓ। ਹੋਰ ਇਹਦੇ ਵਿੱਚ ਕੋਈ ਮੰਤਰ ਤਾਂ ਹੈ ਨਹੀਂ। ਅਸੀਂ ਪਿਛਲੇ ਪੌਣੇ 5 ਸਾਲਾਂ ਪੰਜਾਬ ਸਰਕਾਰ ਨੇ ਅਸੀਂ ਆਪਣੇ ਆਮਦਨ ਵਧਾਈ ਹੈ ਔਰ ਅਸੀਂ ਖਰਚੇ ਘੱਟ ਕੀਤੇ। जनहितैषी टीआरपी नहीं खरीदते, भरोसा जीतते हैं हम। ਪੰਜਾਬ ਤੇ 2,75,000 ਕਰੋੜ ਰੁਪਏ ਦਾ ਕਰਜ਼ਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਸਿਰ ਇਸ ਵਕਤ 2,75,000 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਵਿੱਚੋਂ 2 ਲੱਖ ਕਰੋੜ ਰੁਪਏ ਪਿਛਲੀ ਸਰਕਾਰ ਛੱਡ ਗਈ ਸੀ। ਹਾਲਾਂਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਤੀ ਹਾਲਾਤਾਂ ਵਿੱਚ ਕਾਫੀ ਸੁਧਾਰ ਕੀਤਾ ਹੈ ਅਤੇ ਹੁਣ ਕਰਜ਼ੇ ਦੀ ਗਤੀ ਘਟੀ ਹੈ। ਮਨਪ੍ਰੀਤ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਮਨਪ੍ਰੀਤ ਸਿੰਘ ਬਾਦਲ ਸਾਹਮਣੇ ਉਹਨਾਂ ਨੂੰ ਪੇਸ਼ ਆਉਣ ਵਾਲੀਆਂ ਕਈ ਸਮੱਸਿਆਵਾਂ ਰੱਖੀਆਂ, ਜਿਸ ਨੂੰ ਉਹਨਾਂ ਨੇ ਸੁਣਿਆ ਅਤੇ ਆਪਣੇ ਮੰਗ ਪੱਤਰ ਸੌਂਪਣ ਲਈ ਕਿਹਾ। ਜਦਕਿ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਆਰਥਿਕ ਹਾਲਾਤਾਂ ਵਿੱਚ ਕਾਫੀ ਸੁਧਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ CCL ਹੋਰ ਤਰੀਕਿਆਂ ਰਾਹੀਂ ਜਾਂਦੇ ਵੇਲੇ ਉਹਨਾਂ ਉੱਪਰ ਕਰੀਬ 40,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਛੱਡ ਕੇ ਗਈ ਸੀ, ਜਿਸ ਨੂੰ ਉਹਨਾਂ ਨੇ ਖਤਮ ਕਰ ਦਿੱਤਾ ਹੈ। ਹਾਲਾਂਕਿ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਮੰਨਿਆ ਕਿ ਇਸ ਵਾਰ ਸੂਬੇ ਦੇ ਉੱਪਰ 2,75,000 ਕਰੋੜ ਰੁਪਏ ਦਾ ਕਰਜ਼ਾ ਹੈ, ਲੇਕਿਨ ਸੂਬੇ ਉੱਪਰ ਕਰਜ਼ੇ ਦੀ ਰਫ਼ਤਾਰ ਘਟੀ ਹੈ ਅਤੇ ਉਹਨਾਂ ਵੱਲੋਂ ਬੀਤੇ ਸਾਲਾਂ ਦੌਰਾਨ ਕਈ ਓਵਰਡਰਾਫਟ ਨਹੀਂ ਲਿਆ ਗਿਆ। ਅਕਾਲੀ ਦਲ ਦੀ ਸਰਕਾਰ ਦੇ ਅੰਤ ਵਿੱਚ ਸੂਬੇ ਉੱਪਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਉਹਨਾਂ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ, ਜਿਨ੍ਹਾਂ ਵਿੱਚ ਵੈਟ ਰਿਫੰਡ ਅਤੇ ਹੋਰ ਮੁੱਦੇ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਉਦਯੋਗਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ, ਜਿਨ੍ਹਾਂ ਵਿੱਚ ਵੈਟ ਰਿਫੰਡ ਅਤੇ ਹੋਰ ਮੁੱਦੇ ਸ਼ਾਮਲ ਹਨ, ਇਸ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਇਹ ਪਰਮਾਤਮਾ ਨੇ ਸਾਡੀ ਕਿਸਮਤ ਲਿਖੀ ਹੈ, ਵਰਨਾ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਸੂਬਾ 1947 ਦੇ ਵਿੱਚ 2 ਲੱਖ ਹੋ ਗਿਆ ਹੋਵੇ ਉਹ ਇੰਡੀਆ ਦਾ ਨੰਬਰ 1 ਸੂਬਾ ਕਿਵੇਂ ਬਣ ਸੀ? ਜਿਹੜਾ ਸੂਬਾ 1966 ਦੇ ਵਿੱਚ 2 ਲੱਖ ਹੋ ਗਿਆ ਹੋਵੇ ਤੇ ਫੇਰ ਨੰਬਰ 1 ਦਾ ਸੂਬਾ ਕਿਵੇਂ ਬਣ ਗਿਆ? ਜਿਹੜੇ ਸੂਬੇ ਦੇ ਵਿੱਚ ਇੱਕ ਐਸੀ ਕਾਲੀ ਸਿਆਹ ਰਾਤ ਆਈ, 26,000 ਸਾਡਾ ਬੰਦਾ ਕਤਲ ਹੋ ਗਿਆ, ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਸੀਗੇ, ਉਹਨਾਂ ਨੇ ਸਾਡੇ ਤੇ ਹਾਲਾਤ ਮੁਸੱਲਤ ਕੀਤੇ। 8,000 ਸਾਡਾ ਪੁਲਿਸਮੈਨ ਸ਼ਹੀਦ ਹੋ ਗਿਆ, IAS IPS ਸ਼ਹੀਦ ਕਰ ਦਿੱਤੇ ਗਏ। ਉਹ ਸੂਬਾ ਫਿਰ ਆਪਣੇ ਪੈਰਾਂ ਤੇ ਕਿਵੇਂ ਖੜਾ ਹੋ ਗਿਆ? ਜਿਹੜੇ ਸੂਬੇ ਦੇ ਖਿਲਾਫ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ, ਸਪੈਸ਼ਲ ਕੰਸੈਸ਼ਨ ਦਿੱਤੀਆਂ ਗਈਆਂ ਹਿਮਾਚਲ ਤੇ ਕਸ਼ਮੀਰ ਤੇ ਉੱਤਰਾਖੰਡ ਨੂੰ, ਉਹ ਸੂਬਾ ਜ਼ਿੰਦਾ ਕਿਵੇਂ ਰਹਿ ਸਕਦਾ ਹੈ? ਆ GST ਦਾ ਨਿਜ਼ਾਮ ਆਇਆ, 25% ਸਾਡਾ ਸਾਰਾ ਸਟੇਟ ਦਾ ਰੈਵਨਿਊ, ਕਿਉਂਕਿ ਵੈਟ ਲੱਗਦਾ ਸੀ ਫੂਡ ਗ੍ਰੇਨ ਤੇ, ਉਹ ਕੰਜ਼ਿਊਮ ਹੋ ਗਿਆ, ਅਸੀਂ ਫੇਰ ਜ਼ਿੰਦਾ ਹੈ। ਇਹ ਪਰਮਾਤਮਾ ਦਾ ਇੱਕ ਖਾਸ ਕਰਮ ਹੈ ਪੰਜਾਬ ਤੇ। ਔਰ ਮੈਂ ਅੱਜ ਇਹ ਜ਼ਰੂਰ ਕਹਿ ਕੇ ਜਾਊਂਗਾ ਕਿ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਜਿਸ ਰਸਤੇ ਤੇ ਜਿਸ ਨਗਰ ਤੇ ਅਸੀਂ ਤੁਰੇ ਹਾਂ, ਇਹ ਪੰਜਾਬ ਨੂੰ ਦੁਨੀਆ ਦੀ ਕੋਈ ਤਾਕਤ ਪਿੱਛੇ ਨਹੀਂ। ਮੈਂ ਸਾਰੀ ਦੁਨੀਆ ਘੁੰਮ ਕੇ ਦੇਖੀ ਹੈ, ਪੰਜਾਬੀ ਨਾਲ ਦਾ ਮੈਨੂੰ ਕੋਈ ਟੈਕਨੀਸ਼ੀਅਨ, ਕੋਈ ਮਕੈਨਿਕ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਇੰਡਸਟਰੀਅਲਿਸਟ, ਪੰਜਾਬ ਦੇ ਨਾਲ ਦਾ ਮੈਨੂੰ ਕੋਈ ਇੱਥੇ ਨਹੀਂ ਲੱਗਾ। ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਕੇ ਜਾਵਾਂਗਾ ਕਿ
ਜਿਹੜੀ ਹੁੰਦੀ ਹੈ ਅਕਲ ਤਾਂ ਕਿਰਾਏ ਤੇ ਮਿਲ ਜਾਂਦੀ ਹੈ, ਅਕਲ ਤਾਂ ਜਿਹੜੀ ਹੈ ਮੁੱਲ ਮਿਲ ਜਾਂਦੀ ਹੈ। ਮੈਂ ਫਾਈਨੈਂਸ ਦਾ ਮਿਨਿਸਟਰ ਹੈ, ਮੈਨੂੰ ਟੈਕਨੋਲੋਜੀ ਬਾਰੇ ਕੀ ਪਤਾ, ਮੈਨੂੰ ਇੰਜੀਨੀਅਰਿੰਗ ਬਾਰੇ ਕੀ ਪਤਾ, ਮੈਨੂੰ ਐਗਰੀਕਲਚਰ ਬਾਰੇ ਕੀ ਪਤਾ, ਮੈਨੂੰ ਸਾਇੰਸ ਬਾਰੇ ਕੀ ਪਤਾ। ਪਰ ਇਹ ਜਿਹੜੀ ਮੁਸ਼ਾਵਰਤ ਹੈ, ਅਕਲ ਹੈ, ਇਹ ਤਾਂ ਤੁਸੀਂ ਕਿਰਾਏ ਤੇ ਪਾਓਗੇ। ਆਕਸਫੋਰਡ ਦਾ, ਹਾਰਵਰਡ ਦਾ, ਵਾਟਸਨ ਦਾ ਬੰਦਾ ਤੁਸੀਂ ਆਪਦੇ ਨਾਲ ਰੱਖ ਲਓ। ਐਂਡ ਜਿਹੜੇ ਐਕਸਪਰਟ ਹੁੰਦੇ ਆ, ਦੇ ਕੈਨ ਕੰਪਰੈਸ ਦ ਮੋਸਟ ਕੰਪਲੈਕਸ ਪ੍ਰੋਬਲਮਸ into a yes or a no। ਲੀਡਰ ਨੇ ਤਾਂ ਜਾਂ ਹਾਂ ਬੋਲਣੀ ਹੈ ਜਾਂ ਨਾ ਬੋਲਣੀ ਹੈ, ਇਹ ਲੀਡਰ ਨੇ ਕਾਲ ਲੈਣੀ ਹੈ। ਬਾਕੀ ਸਾਰੀਆਂ ਚੀਜ਼ਾਂ ਤਾਂ ਬੜੀਆਂ ਬਣਾਈਆਂ ਪਈਆਂ। ਮੈਨੂੰ ਬੜੇ ਲੋਕ, ਔਰ ਮੈਂ ਕਿਉਂਕਿ ਇਹ ਗੱਲਾਂ ਚੱਲ ਪਈਆਂ, ਮੈਂ ਤਾਂ ਟੈਕਸ ਦੇ ਮੁਤਲਕ ਅੱਜ ਗੱਲਾਂ ਕਰਦਾ ਆਇਆ ਸੀ, ਮੈਨੂੰ ਬੜੇ ਲੋਕ ਪੁੱਛਦੇ ਆ ਕਿ ਕਾਂਗਰਸ ਨੇ ਸਾਡਾ ਕੀ ਕੀਤਾ, ਕਾਂਗਰਸ ਪਾਰਟੀ ਨੇ ਸਾਡਾ ਕੀ ਕੀਤਾ। 1947 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਪੰਜਾਬ ਸਰਕਾਰ ਦੇ ਕੀ ਹਾਲਾਤ ਸੀਗੇ, ਆ ਮੈਨੂੰ ਤੁਸੀਂ ਮੈਮੋਰੈਂਡਮ ਦਿੱਤਾ ਹੈ, ਔਰ ਇਹ ਮੈਮੋਰੈਂਡਮ ਨਾਲ ਇੱਕ ਪਿੰਨ ਲੱਗਿਆ ਹੋਇਆ, ਆ ਦੋ ਕਾਗਜ਼ ਰੱਖੀ ਹੈ ਕਿਉਂਕਿ ਇਹਦੇ ਦਰਮਿਆਨ ਇੱਕ ਪਿੰਨ ਹੈ, ਔਰ ਪਿੰਨ ਦੀ ਕੀ ਕੀਮਤ ਹੋਣੀ ਹੈ, 1-2 ਪੈਸੇ ਹੋਣੀ ਹੈ। ਗੌਰਮੈਂਟ ਕੋਲੇ ਇੱਕ ਪਿੰਨ ਖਰੀਦਣ ਵਾਸਤੇ ਵੀ ਪੈਸੇ ਹੈ ਨਹੀਂ ਸੀ। ਪਿੰਨ ਵੀ ਸਰਕਾਰੀ ਅਫਸਰ ਜਿਹੜੇ ਹੈ, ਇਹ ਜਦੋਂ ਸਵੇਰੇ ਦਫ਼ਤਰ ਆਉਂਦੇ, ਦਫ਼ਤਰ ਤੋਂ ਪਹਿਲਾਂ ਜਿਹੜੀਆਂ ਕਿੱਕਰਾਂ ਨਹੀਂ ਹੁੰਦੀਆਂ ਤੇ ਕਿੱਕਰਾਂ ਦੀਆਂ ਸੂਲਾਂ ਹੁੰਦੀਆਂ, ਇਹ ਸੂਲਾ ਚੁੱਕ ਕੇ ਲਿਆਉਂਦੇ, ਕੰਡੇ ਚੁੱਕ ਕੇ ਲਿਆਉਂਦੇ ਤੇ ਕੰਡਿਆਂ ਨਾਲ ਫਿਰ ਕਾਗਜ਼ ਲੱਤੀ ਹੁੰਦੀ ਸੀ ਗੌਰਮੈਂਟ ਪੰਜਾਬ। ਔਰ ਇਹੀ ਕਾਂਗਰਸ ਪਾਰਟੀ ਹੈ ਜਿਹਨੇ ਕੀ ਕੰਡਿਆਂ ਤੋਂ ਚੱਕ ਕੇ ਮੁਲਕ ਨੂੰ ਐਟਮੀ ਤਾਕਤ ਬਣਾਇਆ। ਤੇ ਕਾਂਗਰਸ ਪਾਰਟੀ ਦੀ ਕੋਸ਼ਿਸ਼ ਤੇ TAU ਬਣਿਆ, ਭਾਖੜਾ ਡੈਮ ਬਣਿਆ, TGI ਬਣਿਆ, ਚੰਡੀਗੜ੍ਹ ਸ਼ਹਿਰ ਬਣਿਆ। ਕਿਤੇ ਚੰਡੀਗੜ੍ਹ ਸ਼ਹਿਰ ਤੋਂ ਕੋਈ ਇੱਟ ਪੱਟ ਲਿਆ ਜੇ, ਉਹਦੇ ਤੇ ਕਾਂਗਰਸ ਪਾਰਟੀ ਦਾ ਹਵਾਲਾ ਦਿੱਤਾ। TGI ਤੋਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ, IIT ਬਣੀਆਂ, ਸਟੀਲ ਪਲਾਂਟ ਬਣੇ, ਨਹਿਰਾਂ ਨਿਕਲੀਆਂ, ਸੜਕਾਂ ਨਿਕਲੀਆਂ। 8 ਯੂਨੀਵਰਸਿਟੀਆਂ ਹੁੰਦੀਆਂ ਸੀ ਹਿੰਦੁਸਤਾਨ ਵਿੱਚ, 1000 ਯੂਨੀਵਰਸਿਟੀਆਂ ਕਾਂਗਰਸ ਦੀ ਕੋਸ਼ਿਸ਼। ਮੇਰਾ ਜਦੋਂ ਬਚਪਨ ਸੀ ਬਿਜਲੀ ਨਹੀਂ ਹੁੰਦੀ ਸੀ, ਅੱਜ 12 ਲੱਖ ਪਿੰਡਾਂ 'ਚ ਬਿਜਲੀ ਆਈ ਹੈ ਕਾਂਗਰਸ ਪਾਰਟੀ ਦੀ। ਮੈਂ ਜਦੋਂ ਮੇਰਾ ਬਚਪਨ ਸੀ, ਸਾਡੇ ਘਰਾਂ 'ਚ ਤੁਸੀਂ ਵੀ ਜਾਣਦੇ ਸਰ, ਤੁਸੀਂ ਲੀਗਲ ਡਾਕੂਮੈਂਟ ਕਿਹਾ, ਤੁਸੀਂ ਸਾਰਾ ਕੁਝ ਕਿਹਾ। ਮੈਂ ਉਸ ਗੱਲ ਦਾ ਜਵਾਬ ਦੇਣ ਲੱਗਿਆ ਸੀਗਾ ਵੀ ਰੈਗੂਲਰਾਈਜੇਸ਼ਨ ਪਾਲਿਸੀ ਤੁਹਾਡੀ ਮਰਜ਼ੀ ਨਾਲ ਬਣੀ, ਪਰ ਕਿਆ ਤੁਸੀਂ ਉਹਨੂੰ ਲਾਗੂ ਕਰਿਆ? ਆਏ ਹੀ ਨਹੀਂ ਅੱਗੇ ਸਰ। ਅਸੀਂ ਫਿਰ ਵੀ ਖੁੱਲੇ ਆ ਸਰ, ਫਿਰ ਉਹ ਹੱਲ ਕਰਨ ਸਰ ਅਸੀਂ ਉਹੀ ਬੇਨਤੀ ਕਰਨਾ ਚਾਹੁੰਦੇ ਹਾਂ ਨੰਬਰ ਸਾਹਿਬ, ਫਿਰ ਹੱਲ ਕਰਨ ਇਹ ਜਿਹੜਾ ਆਪਣਾ ਇਲੈਕਸ਼ਨ ਮੈਨੀਫੈਸਟੋ ਹੈ, ਇਹ ਇਕੱਲਾ ਇਲੀਗਲ ਕਾਲੋਨੀਜ਼ ਲਈ ਨਹੀਂ, ਇਹਦੇ ਨਾਲ 10 ਸਾਡੇ ਹੋਰ ਮਸਲੇ ਨੇ। ਨਵੀਂ ਲਾਇਸੈਂਸਿੰਗ ਨੂੰ ਸੌਖਾ ਕਰਨਾ, ਸਾਰੇ ਸੈਕਟਰ ਨੂੰ ਖੜਾ ਕਰਨਾ, ਉਹ ਵੀ ਇਹਦੇ ਬਹੁਤ ਸਾਰੇ ਪਾਰਟ ਨੇ। ਇਹ ਇੱਕ ਵਨ ਆਫ ਦਾ ਇਸ਼ੂ ਹੈ, ਬਹੁਤ ਵੱਡੇ ਐਸਪੈਕਟਸ ਨੇ। ਅਸੀਂ ਇਹਦੇ ਚ ਇਸੇ ਕਰਕੇ ਸਭ ਤੋਂ ਵੱਡੀ ਡਿਮਾਂਡ ਇਹ ਰੱਖੀ ਸੀ ਕਿ ਇੱਕ ਬੋਰਡ ਬਣਾ ਦਿਓ ਜਿਹਦੇ ਵਿੱਚ ਰੈਗੂਲਰ ਮੀਟਿੰਗਾਂ ਸਾਰੀਆਂ ਆਪਾਂ ਸਾਹਿਬ ਕਹਿ ਰਹੇ ਤੁਹਾਡੀ ਸਪੈਸ਼ਲ ਮੀਟਿੰਗ ਉੱਥੇ ਬੁਲਾ ਲੈਣੀ ਹੈ। ਥੈਂਕ ਯੂ ਲਾਮਾ ਸਾਹਿਬ। ਹਰੀਸ਼ ਦੁਆ ਜੀ ਪਲੀਜ਼। ਟੈਕਸ ਡਿਪਾਰਟਮੈਂਟ ਦਾ ਕਲਮਦਾਨ ਸੰਭਾਲਿਆ ਸੀ, ਔਰ ਟੈਕਸ ਡਿਪਾਰਟਮੈਂਟ ਔਰ ਜਿਹੜੇ ਟੈਕਸ ਪੇਅਰਸ ਹੈ ਪੰਜਾਬ ਦੇ, ਮੈਂ ਅਗਲੇ 10 ਦਿਨਾਂ ਦੇ ਵਿੱਚ, ਜਿੱਥੇ ਚਾਹੇ ਉਹ ਅੰਮ੍ਰਿਤਸਰ ਹੈ, ਲੁਧਿਆਣਾ, ਜਲੰਧਰ, ਮੋਹਾਲੀ, ਬਠਿੰਡਾ, ਮੈਂ ਤਕਰੀਬਨ ਸਾਰੇ ਸੈਂਟਰਸ ਦੇ ਵਿੱਚ ਜਾ ਕੇ ਜੋ ਟੈਕਸ ਪੇਅਰਸ ਦੇ ਮਸਲੇ ਮਸਾਇਲ ਹੈ, ਜੋ ਉਹਨਾਂ ਦੀਆਂ ਮੁਸ਼ਕਿਲਾਂ ਹੈ, ਕੋਈ ਉਹਨਾਂ ਦੇ ਖਦਸ਼ੇ ਹੈ, ਉਹ 3-4 ਕਿਸਮ ਦੇ ਹੈ। ਇੱਕ ਤਾਂ ਖਦਸ਼ੇ ਹੈ ਜਿਹੜਾ ਕਿ ਅੱਜ ਤੋਂ 4-4.5 ਸਾਲ ਪਹਿਲਾਂ ਜਿਹੜਾ ਵੈਟ ਦਾ ਨਿਜ਼ਾਮ ਸੀ, ਵੈਟ ਦਾ ਨਿਜ਼ਾਮ ਖਤਮ ਹੋ ਗਿਆ, ਫਿਰ GST ਦਾ ਨਿਜ਼ਾਮ ਸ਼ੁਰੂ ਹੋ ਗਿਆ, ਪਰ ਤਕਰੀਬਨ 50,000 ਬੰਦੇ ਦੀ ਵੈਟ ਅਸੈਸਮੈਂਟ ਜਿਹੜੀਆਂ ਉਹ ਅਜੇ ਵੀ ਪੰਜਾਬ ਸਰਕਾਰ ਦੀ ਟੈਕਸ ਪ੍ਰਣਾਲੀ ਦੇ ਵਿੱਚ ਫਸੀਆਂ ਹੋਈਆਂ। ਤਾਂ ਇੱਕ ਤਾਂ ਉਹ ਮਸਲਾ ਜਿਹੜਾ ਬੜਾ ਵੱਡਾ ਉੱਭਰ ਕੇ ਆ ਰਿਹਾ ਕਿ ਟੈਕਸ ਪੇਅਰ ਨੂੰ ਅਜੇ ਵੀ ਟੈਕਸ ਮਹਿਕਮੇ ਦੇ ਦਫ਼ਤਰਾਂ 'ਚ ਪੇਸ਼ ਹੋਣਾ ਪੈਂਦਾ ਹੈ, ਔਰ ਮੈਨੂੰ ਇਹ ਵੀ ਖਬਰ ਮਿਲੀ ਹੈ ਕਿ ਉੱਥੇ ਉਹਨਾਂ ਦੀ ਹਰੈਸਮੈਂਟ ਹੁੰਦੀ ਹੈ। ਦੂਸਰਾ ਹੈ ਕਿ GST ਦੇ ਜਿਹੜੇ ਮਸਲੇ ਮਸਾਇਲ ਹੈ, ਔਰ ਖਾਸ ਕਰਕੇ ਲੁਧਿਆਣੇ ਦੀ ਇੰਡਸਟਰੀ, ਉਹਦੇ 'ਚ ਜਿਹਨੂੰ ਇਨਵਰਟਡ ਟੈਕਸ ਸਟਰਕਚਰ ਕਹਿੰਦੇ ਆ, ਕੁਝ ਟੈਕਸ ਦੇ ਰੇਟ ਜਿਹੜੇ ਹੈ ਉਹਨਾਂ 'ਚ ਅਨੋਮਲੀਜ਼ ਆ ਗਈਆਂ,
ਜਿਹਦੇ ਨਾਲ ਜਿਹੜਾ ਉਹਨਾਂ ਦਾ ਕੰਪੀਟੀਸ਼ਨ ਹੈ ਉਹਨੂੰ ਅਨਫੇਅਰ ਐਡਵਾਂਟੇਜ ਮਿਲ ਜਾਂਦੀ ਹੈ। ਟੈਕਸ ਦੀ ਇੰਟਰਪ੍ਰੀਟੇਸ਼ਨ ਕੀ ਹੈ, ਕੋਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਟੈਕਸ ਕੀ ਕਹਿ ਰਿਹਾ ਹੈ, ਉਹ ਟੈਕਸ ਦੀ ਇੰਟਰਪ੍ਰੀਟੇਸ਼ਨ ਕਿਵੇਂ ਹੋਵੇ। GST ਦਾ ਜਿਹੜਾ ਨਿਜ਼ਾਮ ਹੈ ਟੈਕਸ ਰੇਟ ਦੇ ਵਿੱਚ ਰੈਸ਼ਨਲਾਈਜੇਸ਼ਨ ਲੈ ਕੇ ਆਈਏ। ਔਰ ਤੀਸਰਾ ਹੈ ਕਿ ਟੈਕਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਵੀ ਟੈਕਸ ਪੇਅਰ ਹੈ ਉਹਨੂੰ ਕਿਸੇ ETO ਦੇ ਸਾਹਮਣੇ, ਕਿਸੇ ਇੰਸਪੈਕਟਰ ਦੇ ਸਾਹਮਣੇ ਪੇਸ਼ ਨਾ ਹੋਣਾ ਪਵੇ, ਫੇਸਲੈਸ ਹੋ ਜੇ। ਜਿੰਨੀ ਟੈਕਸੇਸ਼ਨ ਦੇ ਵਿੱਚ ਟੈਕਸ ਡਿਪਾਰਟਮੈਂਟ ਦਾ ਬਿਲਕੁਲ ਰੋਲ ਜਿਹੜਾ ਹੈ ਉਹ ਫੇਸਲੈਸ ਹੋ ਜੇ। ਮਤਲਬ ਕਿ ਜਿਹੜਾ ਲੁਧਿਆਣੇ ਦਾ ਵਾਰਡ ਹੈ, ਲੁਧਿਆਣੇ ਦਾ ਵਾਰਡ ਜਿਹੜਾ ਅਸੈਸੀ ਹੈ ਉਹਨੂੰ ਇਹ ਨਹੀਂ ਪਤਾ ਮੇਰਾ ਟੈਕਸ ਕੌਣ ਅਸੈਸ ਕਰ ਰਿਹਾ, ਉਹ ਮਲੋਟ ਜਾ ਕੇ ਹੋ ਰਿਹਾ, ਅਬੋਹਰ ਜਾ ਕੇ ਜਾ ਰਿਹਾ, ਅਬੋਹਰ ਵਾਲੇ ਦਾ ਸੰਗਰੂਰ ਹੋ ਰਿਹਾ, ਤਾਂ ਕਿ ਕਿਸੇ ਬੰਦੇ ਨੂੰ ਟੈਕਸ ਦਫ਼ਤਰ ਨਾ ਜਾਣਾ ਪਵੇ। ਮੋਬਾਈਲ ਵਿੰਗ ਜਿਹੜੇ ਹੈ ਸਟੇਟ ਦੇ, ਉਹਨਾਂ ਦੀ ਜਿਹੜੀ ਹਰੈਸਮੈਂਟ ਹੈ ਉਹ ਖਤਮ ਹੋਵੇ। ਔਰ ਜਿਹੜਾ ਟੈਕਸ ਕਲੈਕਸ਼ਨ ਹੈ ਉਹ ਡੇਟਾ ਐਨਾਲਿਟਿਕਸ ਨਾਲ, ਉਹ ਡੇਟਾ ਇੰਟੈਲੀਜੈਂਸ ਦੇ ਨਾਲ ਇਕੱਠਾ ਹੋਵੇ। ਸੋ ਇਹ ਸਾਰੀਆਂ ਮੁਸ਼ਕਿਲਾਂ, ਇਸ ਤੋਂ ਇਲਾਵਾ ਟੈਕਸ ਤੋਂ ਇਲਾਵਾ ਜਿਹੜੀ ਇੰਡਸਟਰੀ ਦੀ ਹੋਰ ਮੁਸ਼ਕਿਲ ਹੈ, ਚਾਹੇ ਉਹ ਬਿਜਲੀ ਬੋਰਡ ਦੇ ਇਤਬਾਰ ਨਾਲ ਹੈ, ਉਹ ਕੋਈ ਇਨਹਾਂਸਮੈਂਟ ਦੇ ਇਹਨਾਂ ਦੇ ਕੇਸ ਹੈ ਉਹਨਾਂ ਦੇ ਇਤਬਾਰ ਨਾਲ ਹੈ, ਜਾਂ ਕੋਈ ਇੱਥੋਂ ਦਾ ਲੁਧਿਆਣੇ ਦੇ ਫੋਕਲ ਪੁਆਇੰਟ ਹੈ ਉਹਨਾਂ ਦੇ ਇਨਫਰਾਸਟ੍ਰਕਚਰ ਦੀ ਗੱਲ ਹੈ, ਕੁਛ ਲੋਕਲ ਗਵਰਨਮੈਂਟ ਦੇ ਤੇ ਜਿਹੜੇ ਸਾਡਾ ਅਰਬਨ ਅਫੇਅਰ ਉਹਨਾਂ ਦੇ ਬਾਈਲਾਜ਼ ਦੀ ਗੱਲ ਹੈ। ਉਹ ਸਾਰੀਆਂ ਮੈਂ ਪਿਛਲੇ 2-2.5 ਘੰਟਿਆਂ 'ਚ, ਔਰ ਮੇਰੇ ਨਾਲ ਇੰਡਸਟਰੀਜ਼ ਮਿਨਿਸਟਰ ਗੁਰਕੀਰਤ ਸਿੰਘ ਕੋਟਲੀ ਸਾਹਿਬ, ਉਹ ਵੀ ਅਸੀਂ ਇਕੱਠੇ ਸੀ, ਸਾਰੇ MLA ਵਗੈਰਾ ਸੀ, ਆਸ਼ੂ ਜੀ, ਇਹ ਸਾਰੀਆਂ ਮੈਂ ਚੀਜ਼ਾਂ ਸਮਝ ਲਈਆਂ। ਔਰ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਸਾਰੇ ਮਸਲੇ ਜਿਹੜੇ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਹੈ ਕੱਪੜ ਛਾਨ, ਥ੍ਰੈਡਬੇਅਰ, ਦਿਸ ਵਿਲ ਬੀ ਡਿਸਕਸ ਥ੍ਰੈਡਬੇਅਰ। ਔਰ ਦੀਵਾਲੀ ਤੋਂ ਪਹਿਲਾਂ ਇਹ ਸਾਰੇ ਮਸਲਿਆਂ ਦਾ ਕੋਈ ਨਾ ਕੋਈ ਮੁਸਤਕਿਲ ਹੱਲ, ਪਰਮਾਨੈਂਟ ਹੱਲ ਜਿਹੜਾ ਹੈ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੀ ਸਰਕਾਰ 'ਚ ਅਸੀਂ ਕਰਨ ਜਾ ਰਹੇ ਹਾਂ। ਮੇਰਾ ਅੱਜ ਲੁਧਿਆਣੇ ਆਉਣ ਦਾ ਇਹੀ ਮਕਸਦ ਸੀ ਕਿ ਇਹ ਸਾਰੇ ਜਿਹੜੇ ਮਾਮਲਾਤ ਹੈ, ਜਿਹੜੇ ਪੰਜਾਬ ਦੀ ਇੰਡਸਟਰੀ ਤੇਜ਼ੀ ਨਾਲ ਵੱਧ ਸਕੇ, ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਕਾਰਖਾਨੇ ਦੀਆਂ ਉਦਾਸ ਚਿਮਨੀਆਂ 'ਚ ਇੱਕ ਵਾਰੀ ਧੂੰਆਂ ਫੇਰ ਨਿਕਲ ਸਕੇ, ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਸੀ ਉਹ ਬਹਾਰਾਂ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਲੌਟ ਕੇ ਆਉਣ। ਅੱਜ ਮੈਂ ਉਸ ਮਕਸਦ ਨਾਲ ਅੱਜ ਮੈਂ ਲੁਧਿਆਣਾ ਸ਼ਹਿਰ ਆਇਆ ਸੀ। ਸ਼ੁਰੂਆਤ ਲੁਧਿਆਣੇ ਤੋਂ ਹੈ ਔਰ ਅਗਲੇ ਹਫਤੇ ਦੇ ਵਿੱਚ ਸਾਰੇ ਪੰਜਾਬ ਦੇ ਮੇਜਰ ਇੰਡਸਟਰੀਅਲ ਤੇ ਟ੍ਰੇਡਿੰਗ ਸੈਂਟਰਸ ਦੇ ਵਿੱਚ ਜਾ ਕੇ, ਔਰ ਦੀਵਾਲੀ ਤੋਂ ਪਹਿਲਾਂ ਚਾਹੇ ਉਹ OTS ਦੀ ਸ਼ਕਲ ਦੇ ਵਿੱਚ ਜਾਂ ਕਿਸੇ ਕੰਸੈਸ਼ਨ ਦੀ ਸ਼ਕਲ ਦੇ ਵਿੱਚ ਜਾਂ ਇੰਟਰਪ੍ਰੀਟੇਸ਼ਨ ਦੀ ਸ਼ਕਲ ਦੇ ਵਿੱਚ, ਤਾਂ ਕਿ ਇੰਡਸਟਰੀਜ਼ ਜਿਹੜਾ ਪੰਜਾਬ ਦੀ ਇੰਡਸਟਰੀ ਹੈ, ਸਨਅਤਕਾਰ ਹੈ, ਕਾਰੋਬਾਰੀ, ਵਪਾਰੀ ਹੈ, ਔਰ ਮੈਂ ਸਮਝਦਾ ਕਿ ਜੇ ਵਪਾਰ ਹੈ ਤਾਂ ਸਰਕਾਰ ਹੈ, ਜੇ ਪੰਜਾਬ ਦਾ ਦਿਲ ਧੜਕਦਾ ਹੈ, ਚਾਹੇ ਉਹ ਇੰਪਲੋਇਮੈਂਟ ਦੇ ਇਤਬਾਰ ਨਾਲ ਕਹਿ ਦਈਏ ਜਾਂ ਉਹ ਟੈਕਸ ਰੈਵਨਿਊਜ਼, ਤਾਂ ਉਹਦੀ ਮੇਜਰ ਕੰਟਰੀਬਿਊਸ਼ਨ ਜਿਹੜੀ ਇੰਡਸਟਰੀ ਦੀ ਹੈ, ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਈਜ਼ ਆਫ ਡੂਇੰਗ ਬਿਜ਼ਨਸ, ਇਹ ਜਿੰਨੀ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਬਿਹਤਰ ਤੋਂ ਬਿਹਤਰ ਬਣਾ ਸਕਾਂਗੇ, ਇਸ ਮਕਸਦ ਨਾਲ ਤੇ ਇਸ ਉਦੇਸ਼ ਨਾਲ ਅੱਜ ਤੁਹਾਡੇ ਸ਼ਹਿਰ ਆਏ ਸੀ। ਲੁਧਿਆਣੇ ਦੀ ਜਿੰਨੀ ਵੀ ਪ੍ਰੈਸ ਕੋਰ ਤੁਸੀਂ ਹਾਜ਼ਰ ਹੋ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਜ਼ਹਿਮਤ ਕੀਤੀ, ਤੁਸੀਂ ਖੇਚਲ ਕੀਤੀ ਅੱਜ ਇਸ ਪ੍ਰੈਸ ਬਰੀਫਿੰਗ 'ਚ ਆਉਣ ਦੀ। ਜੇ ਕੋਈ ਟੈਕਸ ਡਿਪਾਰਟਮੈਂਟ ਜਾਂ ਇੰਡਸਟਰੀਜ਼ ਡਿਪਾਰਟਮੈਂਟ ਦੇ ਇਤਬਾਰ ਨਾਲ ਕੋਈ ਤੁਹਾਡਾ ਸਵਾਲ ਹੈ ਤਾਂ ਆਈ ਵਿਲ ਬੀ ਵੈਰੀ ਹੈਪੀ ਟੂ ਆਨਸਰ। ਤੁਸੀਂ ਕਿਹਾ ਵੀ ਪੰਜਾਬ ਨੂੰ ਅੱਜ ਬਹੁਤ ਵੱਡੀ ਤੁਸੀਂ ਕਰਜ਼ ਮੁਕਤ ਕਰ ਦਿੱਤਾ, ਔਰ ਪੰਜਾਬ ਦੇ ਹਰ ਜਿਹੜਾ ਨਾਗਰਿਕ ਹੈ ਉਹਨੂੰ ਅੱਜ ਬਹੁਤ ਜਿੰਨਾ ਕਿ ਫਿਕਰ ਸੀਗਾ ਹੁਣ ਬੇਫਿਕਰ ਕਰਤਾ ਵੀ ਪੰਜਾਬ ਅੱਜ ਕਰਜ਼ ਮੁਕਤ ਹੋ ਗਿਆ, ਤਾਂ ਕਿ 40,000 ਕਰੋੜ ਰੁਪਏ ਦਾ ਕਰਜ਼ਾ ਤੁਸੀਂ ਕਰ ਬਹੁਤ ਵੱਡੀ ਤੁਸੀਂ ਖਬਰ ਦਿੱਤੀ ਔਰ ਸਾਰੇ ਖੁਸ਼ ਵੀ ਹੋਣਗੇ ਪੂਰੇ ਪੰਜਾਬੀ। ਕੀ ਇਹ 40,000 ਕਰੋੜ ਰੁਪਇਆ ਇਹ ਹੁਣੇ ਤੁਸੀਂ ਕਿਸ ਤਰੀਕੇ ਨਾਲ ਕੀਤਾ, ਇਹਦਾ ਕ੍ਰੈਡਿਟ ਜਿਹੜਾ ਹੈ ਤੁਹਾਡੀ ਕੈਪਟਨ ਸਰਕਾਰ ਨੂੰ ਜਾਂਦਾ ਔਰ ਕਿੰਨੇ ਸਾਲਾਂ ਜਾਂਦਾ? ਕਿਉਂਕਿ ਵਿਰੋਧੀ 10 ਸਾਲ ਪਿੱਛੇ ਰਹੇ ਨੇ, ਉਹ ਹਮੇਸ਼ਾ ਤੁਸੀਂ ਕਿਹਾ ਵੀ ਵਿਰੋਧੀਆਂ ਨੇ ਸਾਨੂੰ ਕਰਜ਼ ਦੇ ਦਿੱਤਾ। ਸਰ ਇਸ ਤਰ੍ਹਾਂ ਹੈ, 40,000 ਕਰੋੜ ਚ ਆਇਆ ਔਰ ਤੁਸੀਂ 4.5 ਸਾਲਾਂ ਚ ਕਿਸ ਤਰੀਕੇ ਨਾਲ 40,000 ਕਰੋੜ ਨੂੰ ਮੈਨੇਜ ਕਰਕੇ ਹੁਣ ਤੁਸੀਂ ਕਹਿੰਦੇ ਇੰਨਾ ਪੈ, ਇਹਦਾ ਕ੍ਰੈਡਿਟ ਕਿਹਨੂੰ ਨਾਲ ਦੇਣਾ? ਸਰ ਇਸ ਤਰ੍ਹਾਂ ਹੈਗਾ ਕਿ ਜਿਹੜਾ ਬੰਦਾ ਲੁਧਿਆਣੇ ਬੱਸ ਅੱਡੇ ਤੇ ਕੇਲਿਆਂ ਦੀ ਰੇਹੜੀ ਵੀ ਲਾਉਂਦਾ,
ਉਹਨੂੰ ਵੀ ਆਪਣਾ ਘਰ ਚਲਾਉਣਾ ਹੁੰਦਾ ਹੈ, ਕਿਉਂਕਿ ਉਹਨੇ ਰਾਤ ਨੂੰ ਆਪਣੇ ਬੱਚਿਆਂ ਵਾਸਤੇ ਰੋਟੀ ਲੈ ਕੇ ਜਾਣੀ ਹੁੰਦੀ ਹੈ। ਔਰ ਜੇ ਤੁਹਾਡੇ ਸਿਰ ਕਰਜ਼ਾ ਹੋਵੇ ਤਾਂ ਦੋ ਹੀ ਗੱਲਾਂ ਹੋ ਸਕਦੀਆਂ ਕਿ ਤੁਸੀਂ ਆਪਣੀ ਜਾਂ ਤਾਂ ਆਮਦਨ ਵਧਾ ਲਓ ਤੇ ਜਾਂ ਖਰਚੇ ਘਟਾ ਲਓ। ਹੋਰ ਇਹਦੇ 'ਚ ਕੋਈ ਮੰਤਰ ਤਾਂ ਹੈ ਨਹੀਂ। ਅਸੀਂ ਪਿਛਲੇ ਪੌਣੇ 5 ਸਾਲਾਂ 'ਚ ਪੰਜਾਬ ਸਰਕਾਰ ਨੇ ਅਸੀਂ ਆਪਣੇ ਆਮਦਨ ਵਧਾਈ ਹੈ ਔਰ ਅਸੀਂ ਖਰਚੇ ਘੱਟ ਕੀਤੇ ਹੈ। ਔਰ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਇਹ ਮੈਂ ਕਿਸੇ ਸਿਆਸੀ ਸ਼ੋਖਾਬਾਜ਼ੀ ਨਾਲ ਨਹੀਂ ਕਹਿ ਰਿਹਾ, ਕਿਉਂਕਿ ਇਹ ਤਾਂ ਜਿਹੜੇ ਪੰਜਾਬ ਸਟੇਟ ਦੇ ਅਕਾਊਂਟਸ ਹੁੰਦੇ ਆ ਇਹ ਆਡੀਟਰ ਜਨਰਲ ਆਡਿਟ ਕਰਦਾ ਹੈ। ਹਰ ਕੁਆਟਰ ਦੇ ਵਿੱਚ ਆਡਿਟ ਹੁੰਦੇ ਆ, ਇਹ ਪਬਲਿਕ ਡਾਕੂਮੈਂਟਸ ਹੁੰਦੇ ਆ। ਅਸੀਂ ਆਪਣੇ ਪਿਛਲੇ 5 ਸਾਲਾਂ 'ਚ ਜਿਹੜੇ ਸਾਡੇ ਰੈਵਨਿਊਜ਼ ਹੈ, ਜਿਹਨੂੰ ਅਸੀਂ ਆਮਦਨ ਕਹਿੰਦੇ ਆ, ਇਹ ਅਸੀਂ ਦੁੱਗਣੀ ਕਰ ਲਈ। ਔਰ ਅਸੀਂ ਜਿਹੜੇ ਖਰਚੇ ਹੈ ਅਸੀਂ ਆਪਣੇ ਖਰਚਿਆਂ ਨੂੰ ਦੁੱਗਣਾ ਹੋਣ ਤੋਂ ਲਗਾਮ ਦਿੱਤੀ ਹੋਈ ਹੈ। ਇਸ ਵਜ੍ਹਾ ਨਾਲ ਅਸੀਂ ਪੰਜਾਬ ਆਪਣੇ ਪੈਰਾਂ ਸਿਰ ਖੜਾ ਹੋ ਗਿਆ। ਸਾਡੀਆਂ ਸੇਵਿੰਗਸ ਆਉਣ ਲੱਗ ਗਈਆਂ। ਅਸੀਂ ਪੇ ਕਮਿਸ਼ਨ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰਤਾ ਹੈ। ਅਸੀਂ ਕਿਉਂਕਿ ਤੁਸੀਂ ਇੱਕ ਜ਼ਰੂਰ ਇਸ ਗੱਲ ਨੂੰ ਅਪਰੀਸ਼ੀਏਟ ਕਰੋਗੇ ਔਰ ਤੁਸੀਂ ਕਬੀਲਦਾਰ ਬੰਦੇ ਹੋ। ਮੇਰੀ ਆਮਦਨ ਤੇ ਮੇਰਾ ਖਰਚਾ ਕਿੰਨਾ ਹੈ ਇਹਦੇ 'ਚ ਮੈਨੂੰ ਬੈਲੈਂਸ ਤਾਂ ਬਣਾਉਣਾ ਹੀ ਪਏਗਾ। ਅਸੀਂ ਉਹ ਬੈਲੈਂਸ ਬਣਾ ਕੇ ਰੱਖਿਆ ਹੋਇਆ ਆਮਦਨ ਤੇ ਖਰਚੇ ਦਾ। ਦੂਸਰਾ ਹੈ ਕਿ ਇੱਕ ਬੈਲੈਂਸ ਇਹ ਵੀ ਬਣਾਉਣਾ ਪੈਣਾ ਹੈ ਕਿ ਮੈਂ ਜਿਹੜੀ ਮੇਰੀ ਆਮਦਨ ਹੈ ਉਸ ਆਮਦਨ ਦਾ ਮੈਂ ਕਰਨਾ ਕੀ ਹੈ। ਇੱਕ ਪਾਸੇ ਤਾਂ ਮੈਂ ਸਟੇਟ ਦੀ ਡਿਵੈਲਪਮੈਂਟ ਕਰਾਉਣੀ ਹੈ। ਡਿਵੈਲਪਮੈਂਟ ਦਾ ਮਤਲਬ ਹੈ ਸੜਕਾਂ, ਬਿਜਲੀ ਘਰ, ਨਹਿਰਾਂ, ਸਕੂਲ, ਹਸਪਤਾਲ, ਗਲੀ ਨਾਲੀ, ਟੂਟੀ, ਖੰਭਾ, ਜਿਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਹਾਂ। ਪਰ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇੱਕ ਪੰਜਾਬ ਦੇ ਵਿੱਚ ਐਸਾ ਤਬਕਾ ਵੀ ਹੈ ਜਿਹੜਾ ਸੁਬਾਹ ਉੱਠਦਾ ਔਰ ਇਹ ਖੂਹ ਪੱਟਣ ਲੱਗ ਜਾਂਦਾ, ਔਰ ਜਦੋਂ ਸ਼ਾਮ ਹੁੰਦੀ ਹੈ, ਜੇ ਖੂਹ ਪੱਟਿਆ ਗਿਆ ਤਾਂ ਉਸ ਖੂਹ 'ਚ ਉਹਨੇ ਪਾਣੀ ਪੀਣਾ, ਜੇ ਖੂਹ ਨਾ ਪੱਟਿਆ ਗਿਆ ਤਾਂ ਉਹ ਤੋਂ ਪਾਣੀ ਨਹੀਂ ਪੀਤਾ ਜਾਣਾ। ਉਹ ਪਿਆਸੇ ਪੇਟ ਉਹ ਸੋਏਗਾ, ਜਿਹਨੂੰ ਲੋਕ ਭਲਾਈ ਦੇ ਕੰਮ ਕਹਿੰਦੇ ਆ। ਔਰ ਇਹ ਜਿਸ ਸਰਕਾਰ 'ਚ ਅਸੀਂ ਕੰਮ ਕਰ ਰਹੇ ਹਾਂ, ਅਸੀਂ ਮਸਲਨ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਫ੍ਰੀ ਜਿਹੜੇ ਬੱਸ ਟਰੈਵਲ, ਇਸ ਤੋਂ ਇਲਾਵਾ ਆ ਜਿਹੜੇ ਬਿਜਲੀ ਦੇ ਬਿੱਲ ਮਾਫ ਕੀਤੇ, ਹੋਰ ਕੰਸੈਸ਼ਨ ਦਿੱਤੀ, ਇਹਦਾ ਵੀ ਇੱਕ ਬੈਲੈਂਸ ਬਣਾਉਣਾ ਪੈਣਾ। ਔਰ ਉਸੇ ਸਵਾਲ ਦਾ ਜਵਾਬ ਹੈ ਕਿ ਪੰਜਾਬ ਦੇ ਕੁਝ ਸ਼ਾਰਟ ਟਰਮ ਗੋਲਸ ਹੈ ਪਰ ਸਾਡੇ ਲੌਂਗ ਟਰਮ ਗੋਲਸ ਵੀ ਹੈ। ਪੰਜਾਬ ਨੇ ਅੱਜ ਤੋਂ 10 ਸਾਲ, 20 ਸਾਲ, 30 ਸਾਲ ਉਹਦਾ ਵੀ ਬੈਲੈਂਸ। ਸੋ ਥੋੜਾ ਜੇ ਮੈਂ ਸਵਾਲ ਦਾ ਜਵਾਬ ਦੇਵਾਂ, ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਵਜ੍ਹਾ ਹੈ ਕਿ ਪੰਜਾਬ ਅੱਜ ਫੇਰ ਅਸੀਂ ਸਾਡਾ ਕੋਈ ਓਵਰਡਰਾਫਟ ਹੈ ਨਹੀਂ, ਅਸੀਂ ਕਿਸੇ ਦੀਆਂ ਦੇਣਦਾਰੀਆਂ ਨਹੀਂ ਦੇਣੀਆਂ ਔਰ ਅਸੀਂ ਇਸ ਹੈਸੀਅਤ ਤੇ ਔਕਾਤ 'ਚ ਆ ਗਏ ਹਾਂ ਕਿ ਅਸੀਂ ਲੋਕਾਂ ਨੂੰ, ਖਾਸ ਕਰਕੇ ਲੋਕ ਭਲਾਈ ਦੇ ਕੰਮਾਂ 'ਚ ਅਸੀਂ ਕੰਸੈਸ਼ਨ ਦੇਣ ਲੱਗ ਗਏ। ਆਪ ਬਤਾ ਸਰ, ਜਦੋਂ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਬਣੀ ਸੀਗੀ ਉਸ ਵੇਲੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਆ ਗਿਆ ਸੀ ਕਿ ਪਿਛਲੀ ਸਰਕਾਰ ਨੇ ਸਾਡੇ ਤੇ ਕਰਜ਼ਾ ਛੱਡ ਕੇ ਗਈ ਹੈ, ਇੱਕ ਵੱਡਾ ਕਰਜ਼ਾ ਸਾਡੇ ਤੇ ਛੱਡਿਆ ਗਿਆ। ਉਹ ਕਰਜ਼ਾ ਹੁਣ ਜਦੋਂ ਸਰਕਾਰ ਹੁਣ ਫਿਰ ਦੁਆਰਤੀ ਇਲੈਕਸ਼ਨ ਹੋਣ ਜਾ ਰਹੇ ਨੇ, ਇਹ ਕਰਜ਼ਾ ਸਾਡੇ ਦੇ ਉੱਤੇ ਵਧਿਆ ਵਾ ਜਾਂ ਘਟਿਆ ਵਾ, ਜਾਂ ਅਸੀਂ ਉੱਥੇ ਹੀ ਖੜੇ ਹਾਂ? ਸਭ ਇਹ ਕਰਜ਼ਾ ਜਿਹੜਾ ਹੈ ਓਵਰਆਲ ਤਾਂ ਵਧਿਆ ਹੈ, ਬਟ ਪਰਸੈਂਟੇਜ ਦੇ ਹਿਸਾਬ ਨਾਲ, ਸਾਡੀ ਆਮਦਨ ਦੇ ਹਿਸਾਬ ਨਾਲ ਘਟਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਮੇਰੇ ਘਰੇ ਜਿਹੜਾ ਆਦਮੀ ਮੇਰਾ ਰੋਟੀ ਪਕਾਉਂਦਾ ਹੈ ਜਾਂ ਮੇਰੀ ਸੇਵਾ ਕਰਦਾ ਹੈ, ਉਸ ਬੰਦੇ ਨੂੰ ਤਾਂ ਜੇ 50,000 ਰੁਪਏ ਦਾ ਉਹਦੇ ਤੇ ਕਰਜ਼ਾ ਹੋਵੇ ਤਾਂ ਉਹਨੂੰ ਬਹੁਤ ਵੱਡੀ ਰਕਮ ਲੱਗੇਗੀ। ਪਰ ਜੇ ਮਨਪ੍ਰੀਤ ਦੇ ਉੱਤੇ ਲੱਖ ਰੁਪਇਆ ਵੀ ਕਰਜ਼ਾ ਹੈ ਮੇਰੇ ਆਪ ਦੇ ਉੱਤੇ, ਕਿਉਂਕਿ ਮੈਂ ਜ਼ਮੀਨਾਂ ਵਾਲਾ ਆਦਮੀ ਹੈ, ਤਾਂ ਮੈਨੂੰ ਉਹ ਘੱਟ ਲੱਗੇਗਾ। ਸੋ ਜਿਹੜਾ ਪੰਜਾਬ ਦਾ ਕਰਜ਼ਾ ਜਿਹੜਾ ਹੈ ਓਵਰਆਲ ਪੰਜਾਬ ਦੀ ਆਮਦਨ ਨਾਲ ਤਾਂ ਉਹਦੀ ਪਰਸੈਂਟੇਜ ਥੱਲੇ ਗਈ ਹੈ, ਬਟ ਰਕਮ ਜਿਹੜੀ ਹੈ ਉਹ ਤਾਂ ਵਧੀ ਹੈ। Sir, what is the total amount involved in that? What is the total involved in that? 2,75,000 ਕਰੋੜ ਕਰਜ਼ਾ ਹੈ ਪੰਜਾਬ ਦਾ, ਜਿਹਦੇ ਵਿੱਚੋਂ 40,000 ਤਾਂ ਸਾਨੂੰ ਯਕਮੁਸ਼ਤ ਪਹਿਲੇ ਦਿਨ ਹੀ ਟੱਕਰ ਗਿਆ ਸੀ। ਮੰਤਰੀ ਜੀ, ਬੈਲੈਂਸ ਬਣਾਉਣ ਲਈ ਛੱਡ ਕੇ ਕਿੰਨਾ ਗਿਆ ਸੀ ਜੀ ਕਰਜ਼ਾ? ਉਹ 2 ਲੱਖ ਦੇ ਤਕਰੀਬਨ ਕਰੋੜ ਛੱਡ ਕੇ ਗਏ ਸੀ ਔਰ 40,000 ਇਹ ਜਿਹੜਾ ਸਾਨੂੰ ਐਡੀਸ਼ਨਲ ਸਾਨੂੰ ਮਿਲ ਗਿਆ। ਸਰ, ਜਿਹੜੀ ਆਪਾਂ ਫੈਸਿਲਿਟੀ ਦੇ ਇਹ ਕਿਹੜੀ ਤਰੀਕਾ ਇਹ ਅਮਾਉਂਟ ਹੈ ਜੀ? ਸਭ ਇਹ ਆਡਿਟਡ ਰਿਜ਼ਲਟਸ ਹੈ, ਤੁਹਾਨੂੰ ਕਿਸੇ ਵੀ ਪਬਲਿਕ ਡਾਕੂਮੈਂਟ ਚੋਂ ਮਿਲ ਜਾਣਾ। ਸਰ ਇੱਕ ਬਾਰ ਕਰ ਲੈ। ਸਰ, ਆਪਣਾ ਜੋ ਵੀ ਤੱਕ ਬੈਲੈਂਸ ਬਣਾਉਣ ਦੀ ਗੱਲ ਕਰ ਰਹੇ ਹੋ, ਇਹਦੇ 'ਚ ਆਪਣੀ ਆਮਦਨ ਵਧੀ ਹੈ ਕਿ ਆਪਾਂ ਖਰਚਾ ਘਟਾਇਆ ਜੀ? ਕਿੱਦਾਂ ਬੈਲੈਂਸ? ਸਰ ਆਮਦਨ ਦੁੱਗਣੀ ਕਰ ਲਈ ਹੈ। ਆਮਦਨ ਦੇਖੋ, ਖਰਚੇ ਵੀ ਤਾਂ ਵਧੇ ਪਰ ਖਰਚੇ ਦੁੱਗਣੇ ਨਹੀਂ ਵਧੇ।
तो खर्चे तो ਵਧਣਗੇ क्योंकि हर साल सैलरीज ਵੱਧਦੀਆਂ ਹੈ, इंक्रीमेंट लगते हैं, DA लगता है, हर चीज़ लगती है, बट असी अपनी आमदन दुगनी कर ली है, खर्चे दुगने नहीं होण दिते। इस वजह नाल सानू ओवरड्राफ्ट 'ਚ नहीं जाना पिया, असी सिंकिंग फंड क्रिएट कर लिया है। और पंजाब की जिहड़ी जिस हालात दे विच अकाली दल वेले हर दूजे दिन ओवरड्राफ्ट स्टेट हुंदा सीगा, सैलरीज लेट हो जांदियां सी, एक दिन भी सैलरी असी रुकण नहीं दित्ती। बुढ़ापा पेंशन जिहड़ी उन्हां वेले उन्हां कोले 250 रुपए हुंदी सी, वो 1500 करती है। और एक भी महीना नागा नहीं पैण दिता। अकाली दल वेले तो 6-6 महीनों के नागे भी पै जाते सी। और मैं फिर इनू प्लीज़ इनू मनप्रीत की वजह नाल नहीं होया। ये परमात्मा ने कोई खास पंजाब के सिर ते हथ रखा होया, ये पता नहीं असी मैनेज कर लिया। और सरकार तो उम्मीदां भी बड़ियां होंदियां ने, लोकां दी जिहड़े बैलेंस रहंदे, तुसीं छूट भी दे रहे हो, सब दे रहे हो, ते ओहदा भार भी ते पेगा रेवेन्यू। सब उस हैसियत दे विच आ गए हैं कि असी ये अफोर्ड कर सकते। जे हैसियत जो नहीं सी, वो किसी वेले सीगा भी टके दा हाथी नहीं खरीदिया गया, फिर लख का खरीद लिया। सो अज असी उस हैसियत च आ गए हैं। और मैं फिर कहना है, इनू मिसइंटरप्रेट भी ना करियो कि जे असी बिजली के बिल माफ़ किए हैं, मतलब एरियर्स माफ़ किए हैं, दरअसल वो एरियर्स आने भी नहीं सीगे, वो तो बुक्स दे विच ही सीगा कि यू नो ये थोड़ा है। So might as well clean up your books of account. It is not gimmick. You have not used the word gimmick, but सर मेरी देखो, थोड़े बिल दे विच एरियर आ रहा है, थोड़े बिल च एरियर आ रहा है, उन मैनू पता है वो एरियर्स आने नहीं सी, वो असी FD तो उन्होंने दे के अपनी बुक्स क्लीन की। यार वी आर रनिंग अ स्टेट, यू नो। हाँ, कोई करियाने की दुकान नहीं चला रहे, स्टेट चला रहे, 3 करोड़ आते। सब असी सर मैं जे मेरे रब नू मंजूर होया तो एक 7 दिनों के विच ਜਿਹੜੇ तकरीबन 50,000 टैक्स पेयर असैसीज है, और ਜਿਹੜੇ वैट, क्योंकि देखो गल यह है कि 50,000 बंदा थोड़े सरकारी दफ्तरां दे चक्कर कट रहा है, और उन्होंने तो पैसे लेने तुसी 350 करोड़, 40,000 बंदे तो तुसी 50 करोड़ रुपया लेना है। ये हुण तुसी दसो, जे तुसी भी टैक्स मिनिस्टर हुंदे, तुसी इहदा की 50 करोड़ पिछे 40,000 बंदा और थोड़ी एक फौज बैठी है ਜਿਹੜੀ ਉਹਨਾਂ ਨੂੰ ਰੋਜ਼ ਡੀਲ ਕਰ ਰਹੀ ਹੈ, ਉਹ ਫੌਜ ਨੂੰ ਉੱਥੋਂ ਪਰੇ ਕਰਕੇ ਕਿਸੇ ਹੋਰ ਕੰਮ ਚਲਾਓ ਤਾਂ ਕਿ ਟੈਕਸ ਵਧੇ। ਹੁੰਦਾ ਕਿ ਜਿੱਥੇ ਤੱਕ ਨੌਲੇਜ ਆਈ ਸਾਨੂੰ ਕਿ 5 ਸਾਲ ਤੋਂ ਬਾਅਦ ਮਤਲਬ ਕਿ ਇਹ ਕਿਤਾਬਾਂ ਬੁੱਕਸ ਵਗੈਰਾ ਮੇਨਟੇਨ ਕਰਨ ਦੀ ਲੋੜ ਨਹੀਂ ਪੈਂਦੀ, ਪਰ ਇਹ ਤਾਂ ਹੁਣ 2014 ਪਿਛਲੇ ਕਾਫੀ लंबे समय तो कईयों को तो रिकॉर्ड ही नहीं है। सर मैं उसी का उसका बता रहा हूँ कि 1 हफ्ते के अंदर अंदर इसको हम सब सफाया कर देंगे। कैबिनेट में आज जो मुझे बातें पता चली हैं उसके हिसाब से वी विल फाइंड अ सोल्यूशन टू दिस कि असी वैट वाले सिस्टम तो ये जिहड़ी लैगेसी इशूज़ है, पुराने केस चलते पे है, ये सरकार का भी हित च नहीं है कि सरकार का एड्डी वड्डी अफसरशाही वो पुराने 14-15 के केस डील कर रही है। असी अगली कैबिनेट मीटिंग करके इन्हां नूं खत्म करने की कोशिश सर मैं ये चाहना है कि टैक्स असैसमेंट जो पंजाब में है वो फेसलैस हो जाए, किसी बंदे नूं टैक्स के दफ्तर च ना जाना पवे, और जेड़ा बंदा असैसी है उन्होंने ये ना पता हो मेरा असैसर कौन है। और जे किते किसी नाल कोई मीटिंग भी होवे तो वो इलैक्ट्रॉनिक मीटिंग होवे, और एक मिनट सुन लो, और उसका रिकॉर्ड रखा जाए ताकि ਜਿਹੜਾ ਉਹਦਾ ਸੀਨੀਅਰ ਹੈ ਜਾਂ ਮੈਂ ਅਸੈਸ ਕਰ ਸਕਾਂ ਕਿ ਫਲਾਣੇ ਬੰਦੇ ਨੇ ਜਵਾਬ ਕੀ ਦਿੱਤਾ, ਸੋ ਦੈਟ ਜਿਹੜੀ ਇਹ ਡਿਸਕ੍ਰਿਸ਼ਨ ਹੈ ਇਹ ਖਤਮ ਹੋਣੀ ਚਾਹੀਦੀ ਹੈ। ਸਰ ਇਨਵੈਸਟ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਹੈ, ਇਨਵੈਸਟ ਪੰਜਾਬ ਦੇ ਵਿੱਚ ਤਾਂ ਸਾਰੇ ਉਦਯੋਗਪਤੀਆਂ ਨੇ ਆਪਣੀ ਆਪਣੀ ਸਮੱਸਿਆ ਦੱਸੀਆਂ। ਸਭ ਤੋਂ ਵੱਡੀ ਸਮੱਸਿਆ ਉਹਦੀ ਵਿੱਚ ਹੋ ਕਹਿੰਦੇ ਤੁਸੀਂ ਕਿੱਦਾਂ ਪੰਜਾਬ ਗਵਰਨਮੈਂਟ ਇੰਪ੍ਰੈਸਡ ਕਰ ਸਕਦੀ ਹੈ ਬਾਹਰ ਦੇ ਜਿਹੜੇ ਵੱਡੇ ਉਦਯੋਗਪਤੀ ਆ, ਔਰ ਕਿਸ ਤਰ੍ਹਾਂ ਫੋਰਨ ਦੇ ਇਨਵੈਸਟਮੈਂਟਸ ਨੂੰ ਤੁਸੀਂ ਦੱਸ ਸਕਦੇ ਹੋ, ਕਿਉਂਕਿ ਕਹਿੰਦੇ ਇਨਫਰਾਸਟ੍ਰਕਚਰ ਦੀ ਕਮੀ ਆ, एनवायरमेंट की कमी है, और प्रो इंडस्ट्रियलिस्ट माहौल किस तरह दे होंगे तुसी सब टाइम शॉर्ट रह गया। also the regular rail roko Bharat Bandh and industry is in hardship because nobody is coming from outside. चलो ये तो दिस इज a phenomena which has only taken place in the last 12 months,
बट मैं आपको बड़ी जिम्मेवारी से और बड़े वसूख से एक बात कहना चाहता हूँ कि पिछले 4.5 साल में पंजाब में 80,000 करोड़ की इन्वेस्टमेंट ग्राउंडेड है। प्लीज़ इसको फिर से एक बार नोट कर लें। और कोविड के दौरान भी साढ़े कोले 20,000 करोड़ की इन्वेस्टमेंट आई और इहदा मैं ब्रेकअप भी थोनों मैं SMS कर दूंगा। 22,000-24,000 करोड़ तो रिफाइनरी दी आई, पेप्सी प्लांट आया, फॉर्जिंग्स आईयां पंजाब दे विच। दिस हैज़ बीन द बेस्ट 4.5 ईयर्स। और मेरी एक होर भी बेनती है कि पंजाब अज भी इन्वेस्टमेंट या इंफ्रास्ट्रक्चर के हिसाब नाल इट्स अ गुड स्टेट। तुसी बिहार की गल करते हो, मध्य प्रदेश किते जाके देखो, उत्थे भी इंफ्रास्ट्रक्चर इन्ना बेहतर नहीं है जिन्ना कि सोचा। और पंजाबी जिहड़ा है वो पंजाब 'च इन्वेस्ट करता है। और अज साडी जिहड़ी सब तो वड्डी प्रायोरिटी है वो है कि जिहड़ा इंडस्ट्रीलिस्ट अज पंजाब 'च काम कर रहा है, जिदन ओनू सहूलत मिल गई और जिदन ओनू लग्या कि साडा काम साडे मामलात ठीक है, बाहरली इन्वेस्टमेंट खुद ब खुद चल के आएगी। बट मेन प्रायोरिटी इज एग्जिस्टिंग जिहड़ा है ਉਹਨੂੰ ਈਜ਼ ਆਫ ਡੂਇੰਗ ਬਿਜ਼ਨਸ ਤੇ। ਸਰ ਇਹ ਬਾਰੀ ਬਾਰੀ ਕਰ ਲਓ यार। सब ऐसे करो सब ऐसे। मैं एक मिनट। सब आप जो भी सवाल करो उसको 2-3 हिस्से चाहे बना लो, बट देन अगेन यू आर अगेन देयर आर 3 पीपल आस्किंग। आई हैव टू गिव टाइम टू अदर्स। सर जिन्होंने नहीं सवाल पूछा वो पूछ ले पहले। सॉरी पावर कट बड़े लग रहे। सब ये बदकिस्मती है कि जिहड़ी कोल इंडिया है जिथों सारा कोयला आ रहा है, उन्हां दियां खानां दे विच बरसात होण करके खाना पानी ना भर गईयां। कोयले दी इंटरनेशनल स्केल ते जिहड़ी इंटरनेशनल स्टेज ते कोयले दी कीमत दुगनी या 2.5 गुना हो गई है। कोविड का दौर खत्म होने नाल इंडस्ट्री की डिमांड या कमर्शियल डिमांड वध गई है। अज कोले की शॉर्टेज आई हुई है। बावजूद इसके पंजाब च असीं मेनटेन किया कि घट तो घट पावर कट्स लगन। तुसीं ये भी साडा अलमिया या प्रॉब्लम यह है कि 80% ऑफ पावर इन पंजाब इज़ जनरेटेड थ्रू कोल। साडे कोल स्टेशन है, कोयला आ नहीं रहा। और जे तुसीं अपनी अखां बंद करके हिंदुस्तान का नक्शा देखो तो कोले दियां खानां तो जे कोई सब तो दूर कोई जगह हैगी तो पंजाब है, क्योंकि जम्मू कश्मीर ते हिमाचल नूं तां हाइड्रो नाल चल जांदा है। बावजूद इसके चाहे असी 12-14 रुपए तक भी बिजली खरीद रहे हैं पर यूनिट, असी कोशिश की है कि अनइंटरप्टेड पंजाब दे विच सप्लाई होवे। और जो मैं अखबार च पढ़ रहा कि कोयले की सिचुएशन जिहड़ी है वो हर रोज़ या हर घंटे के एतबार नाल वो इंप्रूव हो रही है। एंड आई होप दिस इंप्रूव्स। बट ये प्रॉब्लम थोड़े सामने है कि साढ़े कोले 30 दिनों के स्टॉक सीगे वो डिपलीट हुंदे अज 2 दिनों के रह गए हैं। तो जे कोयला ना पहुँचा तो किसी भी रेट पर बिजली खरीदने की कोशिश करांगे। बट CM साहब ने गवर्नमेंट ऑफ इंडिया भी चिट्ठी लिखी है कि पंजाब की इकोनॉमी जिहड़ी है कोयले ते मुयसर है, इस करके कोयला जिहड़ा है वो जल्दी तो जल्दी पहुंचे। सारियां सियासी पार्टी बिजली लै कहते जी ਅਸੀਂ फ्री बिजली देवांगे 300 यूनिट। ਤੁਸੀਂ ਵੀ ਕਾਂਗਰਸ ਨੇ ਵੀ ਕਿਹਾ, ਆਮ ਆਦਮੀ ਪਾਰਟੀ ਵੀ ਸਬਰ ਦਿਖਾ ਰਿਹਾ। ਜੇ ਬਿਜਲੀ ਨਹੀਂ ਪੈਦਾ ਹੋਗੀ ਕਿ फ्री वाला सिस्टम ਜਿਹੜੀ ਹੈ ਇਹ ਤੁਸੀਂ ਚੇਂਜ ਕਰੋਗੇ? सर बिजली तो पैदा हो रही है, सवाल तो कोयले का है। तो कोयला जिहड़ा है हुण वो ता जिंदगी तो नहीं कोयले की शॉर्टेज रहनी। और शॉर्ट टर्म जिहड़ी ये शॉर्टेज है ये ख़त्म हो जाएगी। और मीडियम टर्म पंजाब ये भी प्लान कर रहा है कि ओबवियसली कोल इज़ नॉट द फ्यूचर ऑफ पावर। और असी इहदा कोई ना कोई अल्टरनेटिव मीडियम तौर पर चाहे वो सोलर होवे या कोई गैस होवे, असी वो भी प्लान कर रहे हैं कि पंजाब नूं कोई दिन ऐसा आवे कि पंजाब कोयले तो मुक्त हो जाए। क्योंकि तुसी एक गल अप्रीशिएट करो, कोयला उन्ना महंगा नहीं है जिन्ना कोयले का भाड़ा पै जाता महंगा। और गवर्नमेंट ऑफ इंडिया ने पिछले 5 सालों कोयल क्योंकि पैसेंजर रेल पैसेंजर का किराया नहीं वधाते, वो फ्रेट ते लोड कर देंगे। रेलवेज़ के जो भी घाटे घुटे है पिछले 5 सालों रेलवे का किराया दुगना हो गया कोयले ते। और तकरीबन 2 रुपए यूनिट तक ये सिर्फ यदा बिजली का भाड़ा पैंदा, फिर कोला पैंदा। सो इवेंचुअली पंजाब विल हैव टू कम आउट ऑफ कोल।
ਸਰ ਪੰਜਾਬ 'ਚ ਬਿਜਲੀ ਜਿਵੇਂ ਕਿਹਾ ਜਾਂਦਾ ਹੈ ਕਿ 5 ਰੁਪਏ ਹੀ ਹੈ, ਦੇਖੋ ਇਹ ਹੈ ਨਹੀਂ ਸਾਰਿਆਂ ਦੇ, ਨਾ ਡੋਮੈਸਟਿਕ ਹੈ ਨਾ ਦੂਸਰੇ ਕੁਝ ਆਪਰਚੁਨਿਟੀ ਦਿੱਤੀ ਹੋਏ, ਇਹ ਹੈ ਹੋਏਗਾ ਜਾਂ ਨਹੀਂ? ਸਭ ਅਗਲੇ 5-10 ਦਿਨਾਂ 'ਚ ਔਰ ਦੀਵਾਲੀ ਤੋਂ ਬਹੁਤ ਪਹਿਲਾਂ ਅਸੀਂ ਇੱਕ ਰਿਵਿਊ ਕਰ ਰਹੇ ਹਾਂ ਕਿ ਇਹ ਪੰਜਾਬ ਦਾ ਓਵਰਆਲ, ਕਿਉਂਕਿ ਜੇ ਇੱਕ ਚੀਜ਼ ਦੁਖਦੀ ਹੈ, ਔਰ ਮੈਂ ਵੀ ਆਵਾਮੀ ਬੰਦਾ, ਮੈਂ ਸਾਰਾ ਦਿਨ ਹਜ਼ਾਰਾਂ ਲੋਕਾਂ ਨੂੰ ਮਿਲਦਾ, ਲੋਕਾਂ ਨੂੰ ਪਾਵਰ ਬਿਲਸ ਤੋਂ ਕਾਫੀ ਤਕਲੀਫ ਹੈ, ਔਰ ਖਾਸ ਕਰਕੇ ਜਿਹੜਾ ਗਰੀਬ ਹੈ, ਔਰ ਅਸੀਂ ਆਪਣੇ ਸਟੇਟ ਫਾਈਨੈਂਸਿਸ ਨੂੰ ਦੇਖਦੇ ਹੋਏ ਅਸੀਂ ਕੋਈ ਨਾ ਕੋਈ ਰਿਲੀਫ ਜਿਹੜੀ ਹੈ ਇਹ ਜ਼ਰੂਰ ਪਲਾਨ ਕਰ ਰਹੇ ਹਾਂ। ਉਹ ਕਿੰਨੀ ਹੋਵੇਗੀ, ਕਿਸ ਸ਼ਕਲ 'ਚ ਹੋਏਗੀ, ਅੱਜ ਮੈਨੂੰ ਤੁਹਾਨੂੰ ਨਹੀਂ ਦੱਸ ਸਕਦਾ। ਸਭ ਇਹ ਮੈਂ ਦੱਸ ਨਹੀਂ ਸਕਦਾ, ਕਿਉਂਕਿ ਜਿਹੜੀ ਚੀਜ਼ ਅੱਜ ਮੇਰੇ ਕੋਲ ਪਤਾ ਹੀ ਨਹੀਂ ਮੈਨੂੰ ਉਹਦਾ ਕੀ। ਸਰ ਇੱਕ ਜਿੱਦਾਂ ਰਾਜਨੀਤਿਕ ਪਾਰਟੀਆਂ ਚੁਣਾਵੀ ਸੀਜ਼ਨ ਸ਼ੁਰੂ ਹੋ ਗਿਆ ਵਾ, ਹਰ ਪਾਰਟੀ ਕਹਿ ਰਹੀ ਅਸੀਂ ਇਹ ਸਹੂਲਤ ਦੇ ਦਾਂਗੇ, ਇਹ ਸਹੂਲਤ ਦੇ ਦਾਂਗੇ, ਤੇ ਖਰਚਾ ਵੱਧ ਰਿਹਾ ਵਾ, ਤੁਹਾਨੂੰ ਲੱਗਦਾ ਕਿ ਅਸੀਂ ਇਸ ਪੋਜੀਸ਼ਨ 'ਚ ਕਿ ਅਸੀਂ ਇੰਨੀ ਫੈਸਿਲਿਟੀਆਂ ਫ੍ਰੀ ਦੇ ਦਾਂਗੇ? ਸਭ ਮੈਂ ਦੂਜੇ ਸਭ ਇਸ ਤਰ੍ਹਾਂ ਹੈ ਕਿ ਮੈਂ ਦੂਜੀਆਂ ਪਾਰਟੀਆਂ, ਸਰ ਮੈਂ ਦੂਜੀਆਂ ਪਾਰਟੀਆਂ ਦਾ ਕੋਈ ਸਪੋਕਸ ਪਰਸਨ ਤਾਂ ਹੈ ਨਹੀਂ, ਇਹ ਤਾਂ ਉਹੀ ਜਵਾਬ ਦੇਣਗੇ। ਮੇਰੀ ਬੇਨਤੀ ਤਾਂ ਸੁਣ ਲਓ ਨਾ, ਮੈਂ ਦੂਜੀਆਂ ਪਾਰਟੀਆਂ ਦਾ ਨੁਮਾਇੰਦਾ ਤਾਂ ਹੈ ਨਹੀਂ, ਉਹ ਤਾਂ ਉਹੀ ਜਵਾਬ ਦੇਣਗੀਆਂ। ਪਰ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਔਰ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਪਿਛਲੇ 5 ਸਾਲ ਜਿਸ ਜ਼ਿੰਮੇਵਾਰੀ ਨਾਲ ਕਾਂਗਰਸ ਪਾਰਟੀ ਨੇ ਆਪਣੇ ਫਾਈਨੈਂਸਿਸ ਚਲਾਏ ਹੈ, ਔਰ ਇਹ ਜਿਹੜੀਆਂ ਮੈਂ ਤੁਹਾਨੂੰ ਕੰਸੈਸ਼ਨਸ ਕਹਿ ਰਿਹਾ, ਇਹ ਅੱਜ ਨਹੀਂ ਮਿਲੀਆਂ, ਇਹ ਬਹੁਤ ਪਹਿਲਾਂ ਦੀਆਂ ਮਿਲੀਆਂ ਹੋਈਆਂ, ਐਂਡ ਵੀ ਆਰ ਸਸਟੇਨਿੰਗ ਦੈਮ। ਐਂਡ ਪੰਜਾਬ, ਔਰ ਆ ਸਾਰੀ ਪ੍ਰੈਸ ਬੈਠੀ ਹੈ, ਅੱਜ 22 ਸਾਲ ਬਾਅਦ 22 ਸਾਲ ਗੁਜ਼ਰ ਗਏ ਹੈ, ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦਾ ਜਿਹੜਾ ਬਜਟ ਸੀਗਾ ਉਹਦਾ ਓਵਰਆਲ ਸਾਈਜ਼ ਹਰਿਆਣੇ ਨਾਲੋਂ ਵੱਡਾ ਸੀ। ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ, ਹਰਿਆਣੇ ਦਾ ਕੈਪੀਟਲ ਐਕਸਪੈਂਡੀਚਰ ਇਸ ਸਾਲ 8000 ਕਰੋੜ ਸੀ, ਪੰਜਾਬ ਦਾ 14000 ਕਰੋੜ। ਪੰਜਾਬ ਦਾ ਰੈਵਨਿਊ ਡੈਫਿਸਿਟ ਤੇ ਫਿਸਕਲ ਡੈਫਿਸਿਟ ਇਹ ਹਰਿਆਣੇ ਨਾਲੋਂ ਘੱਟ ਹੈ। ਇਸ ਤੋਂ ਵੱਡੀ ਮੈਂ ਤੁਹਾਨੂੰ ਕੀ ਸਰਟੀਫਿਕੇਟ ਦੇ ਸਕਦਾ ਕਿ ਅਸੀਂ ਜ਼ਿੰਮੇਵਾਰੀ ਨਾਲ ਇਹ ਸਰਕਾਰ ਚਲਾਈ ਹੈ, ਔਰ ਜੇ ਕੋਈ ਅੱਗੇ ਤੋਂ ਵੀ ਕੰਸੈਸ਼ਨਸ ਦੇਵਾਂਗੇ, ਉਨੇ ਹੀ ਪੈਰ ਅਸੀਂ ਆਪਣੇ ਫੈਲਾਵਾਂਗੇ ਜਿੰਨੀ ਸਾਡੇ ਕੋਲੇ ਚਾਦਰ ਹੈ। ਚਾਦਰ ਤੋਂ ਬਾਹਰ ਪੈਰ ਨਹੀਂ ਨਿਕਲ ਸਕਦਾ। ਬੋਲੋ। ਜਿਹੜੀ ਅਗਲੀ ਟਰਮ ਸ਼ੁਰੂ ਹੋਣੀ ਹੈ, ਉਸ ਤੋਂ ਪਹਿਲਾਂ ਕੀ ਅਸੀਂ 2,70,000 ਕਰੋੜ ਦਾ ਜਿਹੜਾ ਕਰਜ਼ਾ ਹੈ ਉਸ ਤੋਂ ਅਸੀਂ ਮੁਕਤ ਹੋ ਜਾਵਾਂਗੇ, ਜਾਂ ਅਗਲੇ ਟਰਮ 'ਚ ਇਹੀ ਕਰਜ਼ਾ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ? ਸਭ ਦੇਖੋ, ਇਹ ਤਾਂ ਕਿਉਂਕਿ ਹੋ ਸਕਦਾ ਤੁਹਾਨੂੰ ਫਾਈਨੈਂਸ ਦੇ ਵਿੱਚ ਦਿਲਚਸਪੀ ਨਾ ਹੋਵੇ, 2,70,000 ਕਰੋੜ ਦਾ ਕਰਜ਼ਾ ਯਕਮੁਸ਼ਤ ਨਹੀਂ ਖਤਮ ਹੁੰਦਾ, ਔਰ ਕਰਜ਼ਾ ਅਸੀਂ ਕਿੰਨਾ ਲੈ ਸਕਦੇ ਹਾਂ ਇਹ ਵੀ ਸਾਡੇ ਤੇ ਨਹੀਂ, ਕਿ ਅਸੀਂ ਕਰਜ਼ਾ ਕਿੰਨਾ ਲੈਣਾ ਹੈ, ਇਹ ਗਵਰਨਮੈਂਟ ਆਫ ਇੰਡੀਆ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਫਾਈਨੈਂਸ ਕਮਿਸ਼ਨ ਉਹ ਮੁਕਰਰ ਕਰਦੀ ਹੈ ਕਿ ਪੰਜਾਬ ਉਨਾ ਹੀ ਕਰਜ਼ਾ ਲੈ ਸਕਦਾ ਜਿੰਨਾ ਉਹ ਸਰਵਿਸ ਕਰ ਸਕਦਾ, ਇਸ ਤੋਂ ਜ਼ਿਆਦਾ ਨਹੀਂ ਲੈ ਸਕਦੇ। ਹਾਲਾਂਕਿ ਇਸ ਸਾਲ ਕਿਉਂਕਿ ਕੋਵਿਡ ਦੀ ਵਜ੍ਹਾ ਨਾਲ ਗਵਰਨਮੈਂਟ ਆਫ ਇੰਡੀਆ ਨੇ ਕਰਜ਼ਾ ਲੈਣ ਤੇ ਕੁਝ 1.5-2% GDP ਦਾ ਰਿਲੈਕਸੇਸ਼ਨ ਦਿੱਤੀ ਸੀ, ਅਸੀਂ ਕਰਜ਼ਾ ਹੋਰ, ਪਰ ਮੈਂ ਉਹ ਰਿਲੈਕਸੇਸ਼ਨ ਅਵੇਲ ਨਹੀਂ ਕਰ ਰਿਹਾ, ਸਾਡਾ ਕੰਮ ਚੱਲ ਰਿਹਾ। ਸਰ ਇੰਡਸਟਰੀਅਲ ਮਹਿਕਮੇ ਨਾਲ ਸਰ ਅੱਜ ਕੋਈ ਵੀ ਚੇਅਰਮੈਨ ਨਹੀਂ ਆਇਆ ਜੀ ਆਪਣਾ, ਅੱਜ ਇੰਡਸਟਰੀਅਲ ਮਹਿਕਮੇ ਨਾਲ ਰਿਲੇਟਡ ਕੋਈ ਵੀ ਚੇਅਰਮੈਨ ਨਹੀਂ ਆਇਆ, ਨਾ PSIC ਨਾ ਸਮਾਲ ਇੰਡਸਟਰੀਅਲ ਡਿਵੈਲਪਮੈਂਟ। ਯਾਰ ਜਦੋਂ ਇਹ ਹਾਥੀ ਦੇ ਪੈਰ ਸਾਰਾ ਕੁਝ ਆ ਗਿਆ, ਗਵਰਨਮੈਂਟ ਆ ਗਈ ਜੀ, ਗਵਰਨਮੈਂਟ ਆ ਗਈ, ਗਵਰਨਮੈਂਟ ਹੀ ਆ ਗਈ ਸਰ। आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।